बुल्ले शाह असी वेखे मरदे खांदे पींदे टुरदे चलदे। बुल्ले आशिक होयो रब दा ते होई मलामत लाल, तैनूं काफर काफर आखदे तू आओ आओ। ਪੰਜਾਬੀ ਰਹਿਤਲ ਦੇ ਵਧਾ ਲਈ ਕੰਮ ਕਰਨ ਵਾਲੀ ਤਨਜ਼ੀਮ ਵਜਦਾਨ ਦੇ ਪ੍ਰਬੰਧ ਹੇਠ ਬੁੱਲੇ ਸ਼ਾਹ ਕਾਨਫਰੰਸ ਦਾ ਆਰ ਕੀਤਾ ਗਿਆ, ਜਿਹਦੇ ਵਿੱਚ ਵੱਖੋ-ਵੱਖ ਸੈਸ਼ਨਾਂ ਰਾਹੀਂ ਮਹਾਨ ਸੂਫੀ ਸ਼ਾਇਰ ਦੇ ਫਲਸਫੇ ਤੇ ਪੰਜਾਬ ਨਾਲ ਜੁੜੇ ਮਸਲਿਆਂ ਉੱਤੇ ਝਾਤ ਪਾਈ ਗਈ। ਇਸ ਮੌਕੇ ਉੱਤੇ ਗੱਲਬਾਤ ਕਰਨ ਵਾਲਿਆਂ ਆਖਿਆ ਕਿ ਬਾਬਾ ਬੁੱਲੇ ਸ਼ਾਹ ਹੋਰਾਂ ਅਮਨ ਤੇ ਭਾਈਚਾਰੇ ਦੀ ਗੱਲ ਕਰਨ ਦੇ ਨਾਲ-ਨਾਲ ਪੰਜਾਬ ਦੇ ਹਾਲਾਤਾਂ ਦਾ ਨੋਹਾ ਵੀ ਲਿਖਿਆ। ਆਪਣੀ ਸ਼ਾਇਰੀ ਰਾਹੀਂ ਲੁਕਾਈ ਦਾ ਮੁਕੱਦਮਾ ਲੜਿਆ ਤੇ ਉਹਦੇ ਦੁੱਖ ਉਲੀਕੇ। ਬੁੱਲੇ ਸ਼ਾਹ ਉਹਨਾਂ ਲੋਕਾਂ 'ਚ ਸ਼ਾਮਲ ਹੈ ਜਿਹੜਾ ਬਲਾਮਤੀ ਸੀ, ਜਿਹੜਾ ਆਪਣੇ ਆਪ ਨੂੰ ਛੋਟਾ ਤੇ ਦੂਸਰਿਆਂ ਨੂੰ ਆਪਣੀ ਮੁਜ਼ੰਮਤ ਸਭ ਤੋਂ ਪਹਿਲੇ ਕਰਦਾ ਸੀ, ਤਾਂ ਕਿ ਜਦੋਂ ਤੁਸੀਂ ਆਪਣੀ ਜ਼ਾਤ ਮਿਟਾ ਦਿੰਦੇ ਹੋ, ਜਦੋਂ ਤੁਸੀਂ ਆਪਣੀ ਮਲਾਮਤ ਕਰਦੇ ਹੋ, ਜਦੋਂ ਆਪਣੇ ਆਪ ਨੂੰ ਹਕੀਰ ਜਾਣਦੇ ਹੋ, ਤੇ ਫਿਰ ਸਮਝੋ ਕਿ ਤੁਸੀਂ ਦੁਨੀਆ ਦੀ ਰੋਸ਼ਨੀ ਪਾ ਲੈਂਦੇ ਹੋ। ਉਹਨੇ ਆਪਣੇ ਵਕਤ ਦੇ ਹੁਕਮਰਾਨ ਹੋਣ, ਕਾਜ਼ੀ ਹੋਣ, ਮੁੱਲਾ ਹੋਣ, ਹਾਫਿਜ਼ ਹੋਣ, ਸਭ ਨੂੰ ਹਕਫੇ ਤਨਕੀਦ ਬਣਾਇਆ ਔਰ ਉਹਨੇ ਇਨਸਾਨੀਅਤ ਦੀ ਗੱਲ ਕੀਤੀ ਹੈ, ਉਹਨੇ ਇਨਸਾਨ ਦੇ ਦਿਲ ਦੀ ਗੱਲ ਕੀਤੀ ਹੈ। ਉਹਨੇ ਇਹ ਕਿਹਾ ਕਿ ਤੂੰ ਇਨਸਾਨਾ ਆਪਣੇ ਦਿਲ 'ਚ ਝਾਕ, ਆਪਣੇ ਦਿਲ ਦੇ ਅੰਦਰ ਹੀ ਖੁਦਾ ਹੈ। ਤੇ ਅੱਜ ਵੀ ਸਾਨੂੰ ਬੁੱਲੇ ਸ਼ਾਹ ਦੇ ਇਸੇ ਪੈਗਾਮ ਨੂੰ ਆਮ ਕਰਨੇ ਦੀ ਜ਼ਰੂਰਤ ਹੈ ਔਰ ਤਾਂ ਕਿ ਸਾਡੀਆਂ ਨਫ਼ਰਤਾਂ, ਕਦੂਰਤਾਂ, ਇੱਕ ਦੂਸਰੇ ਨਾਲ ਦੂਰੀਆਂ ਖਤਮ ਹੋਣ। ਸੂਫੀਆਂ ਦਾ ਪੈਗਾਮ ਇਹੀ ਸੀ ਕਿ ਤੁਸੀਂ ਇੱਕ ਦੂਸਰੇ ਨਾਲ ਮੁਹੱਬਤ ਕਰੋ, ਮਿਲ ਜੁਲ ਕੇ ਰਹੋ ਔਰ ਨਫ਼ਰਤਾਂ ਨੂੰ ਦਫਨ ਕਰੋ, ਕਿਉਂਕਿ ਜ਼ਿੰਦਗੀ ਬੜੀ ਮੁਖਤਸਰ ਹੈ। ਇਹਦੇ 'ਚ ਤੇ ਲੜਾਈਆਂ ਲਈ ਟਾਈਮ ਹੀ ਨਹੀਂ। ਪਤਾ ਨਹੀਂ ਲੋਕਾਂ ਨੂੰ ਕਿਸ ਤਰ੍ਹਾਂ ਨਫ਼ਰਤਾਂ ਤੇ ਲੜਾਈਆਂ ਦਾ ਟਾਈਮ ਮਿਲ ਜਾਂਦਾ ਹੈ। ਅਸੀਂ जिस मुआशरे च रहते हैं, जिस मुल्क च रहते हैं, बड़ा खूबसूरत मुल्क है, कुदरती वसाइल माला माल है, बाशूर कौम है, ज़हीन नौजवान नस्ल है, लेकिन साढ़े अंदर टकराव हुआ, तनाव हुआ, इल्जाम तराशी है, गाली गलोच है। इस सूरत हाल चो असीं निकलना किवें है? इस सूरत हाल चो निकलने वास्ते सानू बुल्ले शाह लई रजू करना पएगा और ये पीर फकीर ये लोग जिहड़े आरफाना कलाम दे हामिल लोग सी, ये बड़ी मुहब्बत की गल करते सी, उल्फत की गल करते सी, तलक की गल करते सी, रवादारी की गल करते सी। और फिर वो सिर्फ पीर फकीर नहीं सी, उसके अंदर एक इनकलाबी भी बैठा होया सी और वो कहता सी कि बुल्ले शाह असी वेखे मरदे, कि बुल्ले शाह असी वेखे मरदे खांदे पींदे टुरदे चलदे। सानू अज बुल्ले शाह वाल रुजू करना पएगा। बुल्ले शाह ने यह आख्या सी कि अपने अंदर इनकलाब पैदा करो, जुरत करो। वो वैसे फकीर सी लेकिन गल बड़ी वड्डी करता सी और बड़ियां गल्लां हमेशा इसे तरह के लोग करते हैं जिहड़े झुके हुए होंदे ने। मैं समझदा कि बुल्ले शाह नूं खराजे अकीदत और खराजे तहसीन पेश करन दा बेहतरीन जरिया है वा कि असी अपनी औकात समझिए की है। असी ओडे वड्डे है नहीं जितने वड्डे असी बन के दिखाते हैं और साडा वड्डा अलमिया है वा कि साडे वड्डे लोग हमेशा खामोश नजर आते हैं और साडे जैसे छोटे लोग हमेशा बोलते नजर आते हैं। किस तरह परफॉर्मेंस है, किस तरह उन्हां दी याद नूं जिंदा रखा जा सकता है? जो तुसी ड्रामे विच इक इहो जी हस्ती नूं करदे हो प्रमोट या प्रेजेंट, तो लोकी उन्होंने किस लैवल पर देखते हैं? उन्होंने इंज लगता सी जिस तरह बुल्ले शाह जो है वो स्टेज से उतर आया तो अपना पैगाम दे गया। सो वो फिर एक कॉन्सैप्ट असी डिवेलप किया जिसके बाद काफ़ी लिखा भी गया, थिएटर एज ए श्राइन। कि थिएटर बाज़ दफ़ा एक श्राइन बन जाता है, एक दरगाह बन जाता है जिथे तुसी मुकद्दस हस्तियां दी खराजे अकीदत पेश करते हो और उन्होंने आइडियाज़ और उन्होंने याद को अगे बढ़ाते हो। सो थिएटर होवे, कॉन्फ्रेंसा होण, ਇਹਦੇ ਜ਼ਰੀਏ ਅਸੀਂ ਬੁੱਲੇ ਸ਼ਾਹ ਦੇ ਅਵਤਾਰ ਨੂੰ ਆਪਣੇ ਦਰਮਿਆਨ ਮਹਿਸੂਸ ਕਰਦੇ ਹਾਂ। ਬੁੱਲੇ ਸ਼ਾਹ ਨੂੰ ਅਗਰ ਤੁਸੀਂ ਇਨਕਾਰ ਦੀ ਗੱਲ ਕੀਤੀ ਹੈ ਤੇ ਜਿਸ ਪਾਸੇ ਤੁਸੀਂ ਲੈ ਲਓ ਉੱਥੇ ਇਨਕਾਰ ਹੈ। ਬੁੱਲੇ ਸ਼ਾਹ ਅੱਗੇ ਆ ਕੇ ਖਲੋ ਜਾਓ, ਤਾਰੀਫ ਤੁਹਾਡੀ ਜੋ ਪੜ੍ਹਾਈ ਜਾ ਰਹੀ ਉਹਦੇ ਤੋਂ ਇਨਕਾਰ ਹੈ। ਖਾਦਾ ਪੀਤਾ ਲਾਹੇਗਾ ਤੇ ਬਾਕੀ ਅਹਿਮਦ ਸ਼ਾਹ ਦਾ ਕੀ ਮਤਲਬ ਹੈ ਕਿ ਤੁਹਾਨੂੰ ਤੇ ਅਹਿਮਦ ਸ਼ਾਹ ਅਬਦਾਲੀ ਹੀਰੋ ਦੇ ਤੌਰ ਤੇ ਪੜ੍ਹਾਇਆ ਜਾ ਰਿਹਾ। ਉਹ ਕੀ ਕਹਿ ਰਹੇ? ਉਹ ਤਾਂ ਕਹਿੰਦਾ ਖਾਦਾ ਪੀਤਾ ਲਾਹੇਗਾ, ਜੋ ਕੁਝ ਖਾ ਪੀ ਲਓਗੇ ਉਹ ਹੀ ਤੁਹਾਡਾ ਹੈ, ਬਾਕੀ ਤੇ ਅਹਿਮਦ ਸ਼ਾਹ ਅਬਦਾਲੀ ਆਏਗਾ ਲੁੱਟ ਕੇ ਲੈ ਜਾਏ। तो ਤੁਹਾਡੇ ਤੇ
ਫਿਰ ਹੀਰੋ ਹੀ ਬਦਲ ਜਾਣਗੇ ਜੇ ਤੁਸੀਂ ਬੁੱਲੇ ਸ਼ਾਹ ਨੂੰ ਪੜ੍ਹੋਗੇ ਜਾਂ ਬੁੱਲੇ ਸ਼ਾਹ ਨੂੰ ਪੜ੍ਹਾਓਗੇ। ਇਸ ਲਈ ਉਹ ਇਨਕਾਰ ਹੈ, ਹਰ ਪਾਸੋਂ ਇਨਕਾਰ ਹੈ, ਨਾ ਹੈ। ਔਰ ਜਿਹੜੀ ਨੈਗੇਸ਼ਨ ਆਫ ਦਾ ਨੈਗੇਸ਼ਨ ਹੈ ਉਹ ਪੋਜ਼ਿਟਿਵਿਜ਼ਮ ਹੁੰਦਾ ਹੈ। ਬੁੱਲੇ ਸ਼ਾਹ ਜਿਨ੍ਹਾਂ ਗੱਲਾਂ ਤੋਂ ਇਨਕਾਰ ਕਰਦਾ ਹੈ, ਨਾ ਕਰਦਾ ਹੈ, ਕੀ ਜਾਣਾ ਮੈਂ ਕੌਣ ਨੂੰ ਬੋਲਿਆ, ਤੁਸੀਂ ਕਾਫੀ ਚੁੱਕ ਕੇ ਵੇਖ ਲਓ। ਨਾ ਮੈਂ ਮੂਮਨ ਵਿੱਚ ਮਸੀਤਾ, ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ, ਨਾ ਮੈਂ ਪਾਕਾਂ ਵਿੱਚ ਪਲੀਤਾ, ਨਾ ਮੈਂ ਮੂਸਾ ਨਾ ਫਿਰੌਨ, ਕੀ ਜਾਣਾ ਮੈਂ ਕੌਣ ਨੂੰ ਬੋਲਿਆ, ਕੀ ਜਾਣਾ ਮੈਂ ਕੌਣ। ਤੇ ਲੱਭ ਲਓ ਬੁੱਲੇ ਨੂੰ ਫਿਰ, ਨਾ ਮੈਂ ਅਰਬੀ ਨਾ ਲਾਹੌਰੀ, ਮਤਲਬ ਪੂਰੀ ਕਾਫੀ ਨੂੰ ਤੁਸੀਂ ਚੁੱਕ ਕੇ ਵੇਖ ਲਓ। ਨੈਗੇਸ਼ਨ ਹੈ, ਨਫੀ ਦੀ ਨਫੀ ਕਰਦਾ ਚਲਿਆ ਜਾਵੇ। ਸੋ ਮੈਂ ਇਹ ਸਮਝਦਾ ਕਿ ਜਿਹੜਾ ਬੁੱਲੇ ਸ਼ਾਹ ਹੈ ਉਹਦੀ ਅੱਜ ਫਿਰ ਲੋੜ ਹੈ। ਇਸ ਦੀ ਲੋੜ ਹੈ ਕਿ ਸਾਡਾ ਸਮਾਜ ਜਿੱਧਰ ਟੁਰ ਪਿਆ, ਕਦੀ ਅਸੀਂ ਕਿਸੇ ਨੂੰ ਜਿਹਦੇ ਤੇ ਮਰਜ਼ੀ ਕੁਫਰ ਦਾ ਫਤਵਾ ਲਾ ਕੇ ਤੇ ਉਹਨੂੰ ਮਾਰ ਦਿੰਦੇ, ਤੇ ਬੁੱਲੇ ਸ਼ਾਹ ਤੇ ਵੀ ਕੁਫਰ ਦਾ ਫਤਵਾ ਤੇ ਲੱਗਿਆ ਸੀ। ਬੁੱਲੇ ਆਸ਼ਿਕ ਹੋਇਓ ਰੱਬ ਦਾ ਤੇ ਹੋਈ ਮਲਾਮਤ ਲਾਲ, ਤੈਨੂੰ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਹ। सेकुलर का बुनियादी मकसद तमाम तबकात के मुल्क के अंदर तबकात जो है नाल लेके चलना है। बुनियादी तौर पर गैर मुसलमान की उन्नी अहमियत है ह्यूमैनिटी के अंदर, इस्लाम के अंदर जिन्नी मुसलमानों की है। झंडे का रंग सफेद और सबज सफेद रंग साड़ी इस गल की एम्पर टेस्ट भी नहीं है कि असा उन्होंने लोगों नाल लेके चलना है। तो बाबा बुल्ले शाह ने भी उस गल का, क्योंकि वो इस्लाम का बुनियादी पहलू है सैकुलरिज्म, उस सैकुलरिज्म के असीं मानी गलत करते हैं साडे कुछ लोगों ने, लिहाजा इनू समझने की वाकई बड़ी शदीद जरूरत है। असीं भी इहदे ते वर्कआउट करांगे कि बाबा बुल्ले शाह की भी ये हजूर बाबा साहब की यही तालीमात ने। ਸਾਡੇ ਜਿਹੜੇ ਵੱਡੇ ਸੂਫੀਆ ਨੇ ਉਹਨਾਂ ਦੇ ਕਲਾਮ ਨੂੰ ਇੱਕ ਵਾਰੀ ਦੁਬਾਰਾ ਉਹਨੂੰ ਕੋਖਣ ਦੀ ਔਰ ਦੁਬਾਰਾ ਤੋਂ ਸਮਝ ਕੇ ਉਹਨੂੰ ਐਡਿਟ ਕਰਨ ਦੀ ਲੋੜ ਹੈ। ਮਿਸਾਲ ਦੇ ਤੌਰ ਦੇ ਉੱਤੇ ਬੁੱਲੇ ਸ਼ਾਹ ਦੀ ਦਰਗਾਹ ਦੇ ਉੱਤੇ ਇੱਕ ਵੱਡਾ ਜਿਹੜਾ ਉਹਨਾਂ ਦਾ ਇੱਕ ਦੋੜਾ ਲਿਖਿਆ ਹੋਇਆ, ਇੱਟ ਖੜਕੇ ਦੁੱਕੜ ਵੱਜੇ ਦਿੱਤਾ ਹੋਵੇ ਚੁੱਲਾ, ਆਣ ਫਕੀਰ ਤੇ ਖਾਕਾ ਜਾਣਨ ਵਾਸੀ ਹੋਵੇ ਬੁੱਲਾ। ਮੇਰਾ ਜਦੋਂ ਟੈਕਸਟ ਨੂੰ ਸਮਝਦਾ ਕਿ ਖਪਤ ਜਿਹਾ ਸੀ ਬੜੀ ਦੇਰ ਦਾ, ਔਰ ਦਿਲਚਸਪੀ ਸੀ ਕਿ ਉਸਤਾਦ ਜਿਹੜੇ ਮਿਲੇ ਉਹਨਾਂ ਨੇ ਆਖਿਆ ਕਿ ਰਟਣਾ ਨਹੀਂ ਸਮਝਣਾ ਹੈ। ਤੇ ਬੜੀ ਦੇਰ ਬਾਅਦ ਆ ਕੇ ਸਮਝ ਲੱਗੀ ਕਿ ਅਸਲ ਗੱਲ ਤੇ ਹੈ ਹੀ ਸਮਝਣ ਔਰ ਰਟਣ ਨਹੀਂ ਹੈ। ਅਸੀਂ ਜਿਹੜੀ ਜ਼ਾਲਿਕਲ ਕਿਤਾਬੁਲ ਰੈਬ, ਅਸੀਂ ਉਹਨੂੰ ਸਿਰਫ ਹੱਸ ਕਰ ਹਿਫਜ਼ ਕਰਨੇ ਆ ਲੇਕਿਨ ਸਮਝਦੇ ਨਹੀਂ। ਤੇ ਗੱਲ ਤੇ ਸਾਰੀ ਸਮਝਣ ਦੀ ਹੈ ਕਿ ਗੱਲ ਹੈ ਕੀ, ਪਰ ਫਿਰ ਸਮਝ ਆਈ ਕਿ ਸਾਡਾ ਤਾਂ ਪਿੱਛੇ ਹਿਸਟਰੀ ਦੇ ਵਿੱਚ ਇੱਕ ਪੂਰਾ ਐਸਾ ਦੌਰ ਗੁਜ਼ਰ ਗਿਆ ਜਿਹਦੇ ਵਿੱਚ ਜਾਣ ਬੁੱਝ ਕੇ ਸਾਨੂੰ ਬਾਣੀ ਦੇ ਇਲਮ ਤੋਂ ਦੂਰ ਰੱਖਿਆ ਗਿਆ ਕਿ ਸਾਨੂੰ ਸਮਝ ਹੀ ਨਾ ਆਏ। ਸੂਝਵਾਨਾਂ ਦਾ ਆਖਣਾ ਸੀ ਕਿ ਪੰਜਾਬ ਨੇ ਹਮੇਸ਼ਾ ਖੁੱਲੇ ਦਿਲ ਦਾ ਮੁਜ਼ਾਹਰਾ ਕੀਤਾ ਤੇ ਦੂਜਿਆਂ ਦੇ ਦੁੱਖਾਂ ਦਾ ਦਰਦੀ ਬਣਿਆ, ਪਰ ਬਦਲੇ ਵਿੱਚ ਇਹਨੂੰ ਮੰਦਾ ਹੀ ਬੋਲਿਆ ਗਿਆ ਤੇ ਇਹਦੇ ਪੁੱਤਰਾਂ ਦੀਆਂ ਲਾਸ਼ਾਂ ਕਲੀਆਂ ਗਈਆਂ। ਅਸੀਂ ਵੱਡਾ ਭਰਾ ਹੋਣ ਦੇ ਨਾਤੇ ਇੱਕ ਤਵੀਲ ਅਰਸੇ ਤੋਂ ਉਹਦੀ ਸਜ਼ਾ ਭੁਗਤ ਰਹੇ ਹਾਂ। ਅਸੀਂ ਆਪਣੀ ਰਵਾਦਾਰੀ ਤੇ ਮੁਹੱਬਤ ਨਾਲ ਬਾਕੀ ਭਰਾਵਾਂ ਨੂੰ ਅਨਾਜ ਫਰਾਹਮ ਕਰਨੇ ਆ, ਰੋਟੀ ਰੋਜ਼ੀ ਐਸੇ ਵਸਾਇਲ ਪੈਦਾ ਕਰਨੇ ਆ, ਉਹਨਾਂ ਦੀ ਮਹਿਮਾਨਦਾਰੀ ਕਰਨੇ ਆ, ਉਹਨਾਂ ਦੇ ਬੱਚਿਆਂ ਨੂੰ ਆਪਣੇ ਬੱਚੇ ਸਕੂਲਾਂ ਤੋਂ ਪਿਛਾਂਹ ਹਟਾ ਕੇ ਤਾਲੀਮ ਹਾਸਲ ਕਰਨ ਵਾਸਤੇ ਦਾਖਲੇ ਦੇਣੇ ਆ। ਲੇਕਿਨ ਹੁੰਦਾ ਕੀ ਹੈ, ਸਾਡੀਆਂ ਇਹਨਾਂ ਸਾਰੀਆਂ ਮੁਹੱਬਤਾਂ ਦੇ ਨਤੀਜੇ 'ਚ ਗਾਲਾਂ ਵੀ ਸਾਨੂੰ ਪੈਂਦੀਆਂ ਨੇ, ਔਰ ਸਾਡੇ ਸ਼ਨਾਖਤੀ ਕਾਰਡ ਵੇਖ ਕੇ ਸਾਡੇ ਬੱਚਿਆਂ ਨੂੰ ਮਾਰਤਾ ਜਾਂਦਾ। ਜਿੰਨੀਆਂ ਮੁਸ਼ਕਲਾਤ ਦਾ ਸਾਹਮਣਾ ਹੈ ਉਹਦੇ ਵਾਸਤੇ ਮੈਂ ਸਮਝਦਾ ਕਿ ਸਾਨੂੰ ਬਿਹਤਰ ਲੀਡਰਸ਼ਿਪ ਤਲਾਸ਼ ਕਰਨੀ ਹੋਏਗੀ। ਸਾਨੂੰ ਐਸੀ ਲੀਡਰਸ਼ਿਪ ਨੂੰ ਅੱਗੇ ਲਿਆਉਣਾ ਹੋਏਗਾ ਜਿਹੜਾ ਸਾਡੇ ਮਸਾਇਲ ਤੋਂ ਅਗਾਹ ਹੋ ਕੇ ਸਾਡਾ ਮੁਕੱਦਮਾ, ਸਾਡੇ ਪੰਜਾਬ ਦਾ ਮੁਕੱਦਮਾ ਲੜ ਸਕੇ। ਔਰ ਸ਼ਾਇਦ ਅਸੀਂ ਇਸ ਹਵਾਲੇ ਨਾਲ ਬਹੁਤ ਹੀ ਬਦਕਿਸਮਤ ਹਾਂ ਕਿ ਸਾਨੂੰ ਪਿਛਲੇ ਕਈਆਂ ਸਾਲਾਂ ਤੋਂ ਕੋਈ ਐਸਾ ਲੀਡਰ ਮੁਯੱਸਰ ਨਹੀਂ ਆਇਆ ਜਿਹੜਾ ਇਵਾਨਾ 'ਚ ਬਹਿ ਕੇ ਸਾਡਾ ਮੁਕੱਦਮਾ ਲੜ ਸਕੇ। ਜਿਹੜਾ ਗਵਾਦਰ ਏ ਉਹ ਪੰਜਾਬੀਆਂ ਦੇ ਆਪਣੇ ਟੈਕਸਾਂ ਨਾਲ ਫਿਰੋਜ਼ ਖਾਨ ਨੂਨ ਨੇ 1956 ਵਿੱਚ ਅਮਾਨ ਕੋਲ ਖਰੀਦਿਆ ਸੀ। ਉਹ ਬਲੋਚਿਸਤਾਨ ਦਾ ਹਿੱਸਾ ਹੀ ਨਹੀਂ, ਪੰਜਾਬੀਆਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਖਰੀਦੇ ਹੈ। ਹੋਣਾ ਤੇ ਚਾਹੀਦਾ ਸੀ ਉਹ ਜਿਹੜਾ ਸੀ ਉਹਨੂੰ, ਜਿਸ ਤਰ੍ਹਾਂ ਜਿਹੜਾ ਇੱਥੇ ਕੈਪੀਟਲ ਬਣਨਾ ਸੀ ਤੇ
पंजाब ने इस्लामाबाद का जिहड़ा वो इलाका दे दिता कि कैपिटल बन गए और कैपिटल टैरेटरी बन गई। चाहिदा ते ये सी कि गवादर भी कैपिटल टैरेटरी हुंदा, उत्थे सारियां कौमां जिहड़ियां ने बराबर रहिंदियां। लेकिन फिर भी असी चूंकि एक जिहड़ा मौजूदा शक्ल है पाकिस्तान दी उहदे विच कोई चेंज नहीं चाहते, सिंध ते ओ सिंध सूबे दी शक्ल विच अपने उस नक्शे उत्ते कायम रवे, सानू सिंध दी भी खुशी है। इसे तरह ही असी पंजाब दे बारे भी यही तवक्को करने आ कि कोई सियासतदान किसी भी जमात का यह ना कहे कि जनाब पंजाब के टोटे किए जान, नहीं, पंजाब भी उस तरह ही रवे। इस तरह ही KPK और बलोचिस्तान में हालांकि उत्थे ज्यादा वड्डियां तहरीकां ने उन्होंने तोड़न और मुख्तलिफ वालियां नाल। इसलिए साडी गुजारिश है वे कि असी जो भी बुल्ले शाह ने फरमाया सी उहदे ते कायम रहंदे होए इस घर दे विच चोरी होई है, असां जागना और जाग के ही असी सारे जिहड़ा अपना मैसेज सारी लोकाई तक पहुँचाना है। पंजाब मेरा जिहड़ा ने जी ये अहमद खान खरल बना गया जिहो जिहा या रजीत सिंह काणा जिहड़ा बना गया उदां दा तां मैनूं नहीं लगा। जदों मैं जम्मिया सा उदों कोई इस तरह के हालात नहीं सन। असी क्योंकि वड्डे भरा दा एक टाइटल लै लिया, एक तमगा ला लिया, असी वड्डे भरा दी जिहड़ी ड्यूटी है वो दिंदे आ बीबी कि वड्डे भरा ने सारिਆਂ ਨੂੰ ਵੇਖਣਾ ਹੁੰਦਾ है। ते एक खूबी पंजाब दी ये है कि बाहरले दी बड़ी इज्जत करते हैं। मैं ग्वालमंडी रहा कोई 40 कुछ साल, वॉल्ड सिटी या शहर का अंदर जिहड़ा सी वो इस तरह का नहीं सी जिस तरह इस शहर तो 100 माइल्स रेडियस दे बाहर तो लोग आए सन। ये जिहड़े बाहरले प्राहुणे ने ना जी उन्हां दी इज्जत तो बड़ी है इत्थे, मगर असी हुण होर तरह के हो गए हैं। लड़ते रहीदा रेडियो ते भी। अल्लाह ने मेरी बहुत मेहरबानी की, बहुत अल्लाह ने मेरी ऐसी इल्तजा सुनी कि रेडियो पाकिस्तान च अज तक कुरान मजीद फुरकान हमीद का तर्जमा जिहड़ा है वो माँ बोली च नहीं सी हुंदा। मैं एक प्रोग्राम करना निज़ामुद्दीन की थां ते मैं बैठा ऐसा उन्होंने नाल भी करता रहा। अज मैनू 54 साल हो गए ने, रोज़ 7 बजे तो 8 बजे तक करना है। तो मैं उस भाई का देना नहीं दे सकता जिन्हें यह फैसला कर लिया कि कुरान मजीद फुरकान हमीद का तर्जमा पंजाबी च कीता जाए और मैं रोज़ नशर करना वा। असी अपने बालों को ऐसा डरा दिता है कि जिहड़ा पंजाबी बोलेगा उन्होंने छपाकी निकल आएगी। कोई बच्चा ना बोले अंग्रेजी बोले और वो अंग्रेजी बोल बोल के की है भाई अज बच्चे को बुला लो ना तुसी, गुड्डू बेटा इधर आना, वो कहता आप इधर आ जाओ, आप बीमार हो। मेरे जमाने का गुड्डू इहो जिहा बदतमीज नहीं सी। मैं अपने वालद की शक्ल वेखी जो मेरा वालद फौत होया, जद तक वो जिंदा रह रहे मैं उन्होंने कान नाल वेखदा सा या उन्होंने मोढे वाल वेखदा सा या उन्होंने गोडे वाल वेखदा सा। बुल्ले शाह ने कहा सी कि दर खुला हशर अजाब दा, बुरा हाल होया पंजाब दा। बुरा हाल पंजाब दा उदों भी सी ते बुरा हाल होया पंजाब दा होड़ भी है। इस वास्ते कि ना इत्थे पंजाबी बोली जाती है असैंबलियां दे विच, ना इत्थे पंजाबी दी यूनीवर्सिटी है और ना इत्थे नौकरियां ने। एम पंजाबी बहुत सारे बेकार फिर रहे हैं, लेकिन उन्होंने कोई नहीं। कुछ अर्सा पहले जदों नवाज शरीफ साहब सन चीफ मिनिस्टर सन तो मेरे को एम पंजाबी लड़के लड़कियां आए कि जी सानू नौकरी दो, क्योंकि गवर्नमेंट उसले पीपल्स पार्टी दी सी। ते मैं उन्होंने कहा कि तुसी नवाज शरीफ साहब को चले जाओ, वो चीफ मिनिस्टर ने वो नौकरियां देंगे। वो उन्होंने को गए और कुछ दिनों के बाद मेरे को फिर आए कि उन्होंने कहा जी कि मैं तो कश्मीरी हाँ, मेरा पंजाबी नाल कोई ताल्लुक नहीं।
ਇਹ ਗੱਲ ਹੁਣ ਪੰਜਾਬੀਆਂ ਦੀ ਕਰਨ ਤੇ ਇਹਨਾਂ ਕੋਲੋਂ ਕੋਈ ਅਸਲ ਗੱਲ ਜਿਹੜੀ ਹੈ ਉਹ ਪੰਜਾਬੀ ਦੀ ਮੁਖਾਲਫਤ ਇੱਥੇ ਦੀ ਬਿਊਰੋਕਰੇਸੀ ਅਫਸਰਸ਼ਾਹੀ ਕਰਦੀ ਹੈ। ਬੁੱਲੇ ਸ਼ਾਹ ਕਾਨਫਰੰਸ ਵਿੱਚ ਬਾਬਾ ਜੀ ਦੇ ਗੂੜੇ ਰੰਗ ਵਿਖਾਲੀ ਦਿੱਤੇ। ਮੁਸ਼ਾਇਰੇ ਤੇ ਕਵਾਲੀ ਰਾਹੀਂ ਉਹਨਾਂ ਨੂੰ ਸਲਾਮੀ ਪੇਸ਼ ਕੀਤੀ ਗਈ। ਕੈਮਰਾਮੈਨ ਅਲੀ ਕੈਸਰ ਤੇ ਮੁਹੰਮਦ ਉਸਮਾਨ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ ਟੀਵੀ, ਲਾਹੌਰ।